प्रोग्राम देख रहे सारे ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇਸ ਵੀਡੀਓ ਦੇ ਰਾਹੀਂ ਆਪ ਜੀ ਨੂੰ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸੋ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਘਰਾਂ ਦੇ ਵਿੱਚ ਆਪਣੇ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀਗੇ ਜਾਂ ਬਜ਼ੁਰਗ ਹੈਗੇ ਨੇ, ਉਹਨਾਂ ਨੇ ਆਪਣਾ ਜਿਹੜਾ ਪੁਰਾਤਨ ਸਰੋਤ ਜਿਵੇਂ ਗੁਰਬਾਣੀ ਦੇ ਬਹੁਤ ਸਾਰੇ ਪੋਥੀ ਸਾਹਿਬ ਜਾਂ ਛੋਟੇ ਗ੍ਰੰਥ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਮੈਗਜ਼ੀਨਾਂ ਉਹ ਪੁਰਾਣੀਆਂ ਰੱਖੀਆਂ ਹੁੰਦੀਆਂ ਸੀਗੀਆਂ ਸਾਂਭ ਕੇ ਜਾਂ ਉਹਨਾਂ ਨੂੰ ਪੜ੍ਹਦੇ ਹੁੰਦੇ ਸੀ। ਪਰ ਜਿਵੇਂ ਜਿਵੇਂ ਉਹਨਾਂ ਦੀ ਅਗਲੀ ਪੀੜ੍ਹੀ ਆਉਂਦੀ ਆ ਉਹ ਉਹਦੀ ਇੰਪੋਰਟੈਂਸ ਜਾਂ ਉਹਦੀ ਮਹੱਤਤਾ ਨੂੰ ਸਮਝ ਨਹੀਂ ਪਾਉਂਦੀ ਤੇ ਉਹ ਚੱਕ ਕੇ ਗੁਰਦੁਆਰਾ ਸਾਹਿਬ ਜਾਂ ਕਿਤੇ ਹੋਰ ਆਸੇ-ਪਾਸੇ ਉਹਨੂੰ ਦੇ ਆਉਂਦੇ ਆ ਜਾਂ ਉਹ ਅਗਨ ਭੇਟ ਕਰ ਦਿੰਦੇ ਆ। ਪਰ ਇਹਦਾ ਕਰਨਾ ਕੀ ਚਾਹੀਦਾ ਹੈ ਜਾਂ ਇਸ ਦੇ ਲਈ ਬਹੁਤ ਵੱਡਾ ਉਪਰਾਲਾ ਜਿਹੜਾ ਸਾਡੇ ਨਾਲ ਵੀਰ ਅੱਜ ਜੁੜੇ ਨੇ ਵੀਡੀਓ ਦੇ ਰਾਹੀਂ, ਸਰਦਾਰ ਪ੍ਰਭ ਸਿਮਰ ਸਿੰਘ ਜੀ ਖਾਲਸਾ ਕੈਨੇਡਾ ਤੋਂ, ਟੋਰਾਂਟੋ ਤੋਂ, ਤੇ ਉਹਨਾਂ ਦੇ ਨਾਲ ਅਸੀਂ ਸਾਰੀ ਗੱਲਬਾਤ ਕਰਾਂਗੇ ਕਿ ਜਿਹੜੇ ਪੁਰਾਤਨ ਗੁਟਕਾ ਸਾਹਿਬ ਨੇ, ਪੋਥੀ ਸਾਹਿਬ ਨੇ ਜਾਂ ਕੋਈ ਮੈਗਜ਼ੀਨ ਆ, ਕੋਈ ਸਾਡਾ ਗੁਰਬਾਣੀ ਦਾ ਭੰਡਾਰ ਆ, ਉਹਦਾ ਕਰਨਾ ਕੀ ਚਾਹੀਦਾ ਜਾਂ ਉਹਨਾਂ ਨੇ ਕਿੱਦਾਂ ਦਾ ਉਪਰਾਲਾ ਕੀਤਾ ਕਿ ਉਸ ਨੂੰ ਦੇਖਭਾਲ ਉਹਦੀ ਕਰਨਗੇ ਉਹ। ਸੋ ਸਾਰੀ ਗੱਲਬਾਤ ਕਰਾਂਗੇ। ਪ੍ਰਭ ਸਿਮਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰਿਆਂ ਨੂੰ ਚੜ੍ਹਦੀ ਕਲਾ ਵੀਰ ਜੀ। ਹਾਂਜੀ, ਸਭ ਕਿਰਪਾ ਜੀ। ਆਪ ਜੀ ਦੱਸੋ ਜੀ। ਚੜ੍ਹਦੀ ਕਲਾ ਜੀ। ਅੱਛਾ ਵੀਰ ਜੀ, ਤੁਸੀਂ ਗੱਲਬਾਤ ਆਪਾਂ ਜਿਵੇਂ ਪਹਿਲਾਂ ਆਫ ਕੈਮਰਾ ਕਰ ਰਹੇ ਸੀਗੇ ਵੀ ਜਿਹੜੇ ਪੁਰਾਤਨ ਕੀ ਮਤਲਬ ਤੁਹਾਡਾ ਕੀ ਤੁਸੀਂ ਕਿਸ ਤਰ੍ਹਾਂ ਉਹਦੀ ਟੇਕ ਕੇਅਰ ਕਰੋਗੇ ਕਿ ਜਿੰਨੇ ਵੀ ਪੁਰਾਤਨ ਗ੍ਰੰਥ ਹੈ ਜਾਂ ਪੁਰਾਤਨ ਗੁਟਕਾ ਸਾਹਿਬ ਲੈ ਲਓ, ਕੀ ਪੁਰਾਤਨ ਗ੍ਰੰਥ ਜਾਂ ਪੋਥੀ ਸਾਹਿਬ ਦੀ ਕਰੋਗੇ ਜਾਂ ਤੁਸੀਂ ਕਿਸ ਟੌਪਿਕ ਦੇ ਉੱਤੇ ਤੁਸੀਂ ਇਹ ਦੇਖਭਾਲ ਕਰੋਗੇ? ਸਭ ਤੋਂ ਪਹਿਲਾਂ ਜੀ ਜਿਵੇਂ ਕਿ ਆਪ ਜੀ ਨੇ ਗੱਲ ਜਿਹੜੀ ਹੈ ਮੁੱਢ ਬੰਨ੍ਹ ਹੀ ਦਿੱਤਾ ਹੈ ਤੇ ਆਪ ਜੀ ਨੇ ਸ਼ੁਰੂ ਕੀਤਾ ਹੈ। ਕੁਛ ਮੈਂ ਇੱਕ ਦੋ ਗੱਲਾਂ ਹੋਰ ਨਾਲ ਜਿਹੜਾ ਉਹਦੇ ਨਾਲ ਮੈਂ ਜੋੜ ਦੇਵਾਂ, ਸੋ ਜਿਹੜੀਆਂ ਸੰਗਤਾਂ ਹੈ, ਜਿਹੜੇ ਆਪਣੇ ਸਰੋਤੇ ਉਹਨਾਂ ਨੂੰ ਸਮਝ ਆ ਜਾਏਗਾ ਵੀ ਆਪਾਂ ਕਿਸ ਚੀਜ਼ ਦੀ ਗੱਲ ਕਰ ਰਹੇ ਹਾਂ ਨਾ। ਇੱਕ ਹੁੰਦੇ ਆਪਣੇ ਪੁਰਾਤਨ ਕੋਈ ਗੁਟਕਾ ਸਾਹਿਬ ਜਾਂ ਪੋਥੀਆਂ ਜਾਂ ਪੁਰਾਤਨ ਜਾਂ ਕਹਿ ਲਓ ਹਿਸਟਰੀ ਦੀਆਂ ਕਿਤਾਬਾਂ ਪੰਜਾਬੀ ਦੀਆਂ ਨਾਲ ਸੰਬੰਧਿਤ ਜਾਂ ਆਪਣੇ ਸਿੱਖ ਇਤਿਹਾਸ ਨਾਲ ਸੰਬੰਧਿਤ ਜਿਹੜੀਆਂ ਪੁਸਤਕਾਂ ਹੁੰਦੀਆਂ ਹੈ ਨਾ, ਤੇ ਇੱਕ ਪਾਸੇ ਇਹ ਹੁੰਦਾ ਤੇ ਇੱਕ ਪਾਸੇ ਹੁੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹੈ ਨਾ। ਜਿਹੜੇ ਤਾਂ ਹੈਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਉਹਨਾਂ ਦੀ ਜਿਹੜੀ ਮਰਜ਼ਾਦਾ ਹੈ ਉਹ ਪੋਥੀਆਂ ਨਾਲੋਂ, ਪੁਸਤਕਾਂ ਨਾਲੋਂ, ਗੁਟਕਾ ਸਾਹਿਬ ਨਾਲੋਂ ਵੱਖ ਹੈ। ਉਹਨਾਂ ਦੀ ਜਿਹੜੀ ਹੈ ਸਾਂਭ ਦੀ ਮਰਿਆਦਾ ਤੇ ਜੋ ਪ੍ਰਕਾਸ਼ ਦੀ ਤੇ ਸੁਖਾਸਨ ਦੀ ਮਰਜ਼ਾਦਾ ਹੁੰਦੀ ਹੈ ਉਹ ਵੱਖ ਹੁੰਦੀ ਹੈ। ਇਸ ਕਰਕੇ ਅਸੀਂ ਫਿਲਹਾਲ ਦੀ ਘੜੀ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਈ ਪੁਰਾਤਨ ਏਦਾਂ ਦੇ ਸਰੂਪ ਹੋਣ, ਉਹਨਾਂ ਵਾਸਤੇ ਜਿਹੜੀ ਯੋਗ ਜਥੇਬੰਦੀ ਹੈ ਉਹ ਤਾਂ ਸਭ ਤੋਂ ਪਹਿਲਾਂ ਤਾਂ ਸਾਡੇ ਅਕਾਲ ਤਖਤ ਸਾਹਿਬ ਜੀ ਹੋਣੇ ਚਾਹੀਦੇ ਨੇ, ਹੈ ਨਾ। ਤੇ ਜਿਹੜੇ ਏਦਾਂ ਦੀਆਂ ਹੋਰ ਜਥੇਬੰਦੀਆਂ ਜਿਵੇਂ ਕਿ ਆਪਾਂ ਪੰਜਾਬੀ ਯੂਨੀਵਰਸਿਟੀ ਦੀ ਗੱਲ ਕਰੀਏ, ਉੱਥੇ ਗੰਡਾ ਸਿੰਘ ਰੈਫਰੈਂਸ ਲਾਇਬ੍ਰੇਰੀ ਹੈਗੀ ਹੈ, ਜਾਂ ਹੋਰ ਏਦਾਂ ਦੀਆਂ ਸੰਸਥਾਵਾਂ ਹੋਣਗੀਆਂ ਜਿਹੜਾ ਸ਼ਾਇਦ ਕੁਝ ਛੋਟੇ ਲੈਵਲ ਤੇ ਇਹ ਕੰਮ ਜਿਹੜਾ ਆਲਰੇਡੀ ਕਰ ਚੁੱਕੀਆਂ ਹੋਣਗੀਆਂ ਜਾਂ ਕਰ ਰਹੀਆਂ ਹੋਣਗੀਆਂ। ਸੋ ਇਹਦਾ ਜਿਹੜਾ ਇੱਕ ਮੁੱਢ ਹੈ ਉਹ ਮਨ ਦੇ ਵਿੱਚ ਜਿਹੜਾ ਵਿਚਾਰ ਗੁਰੂ ਪਾਤਸ਼ਾਹ ਜੀ ਨੇ ਪਾਇਆ ਉਹ ਏਦਾਂ ਆਇਆ ਕਿ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਉੱਥੇ ਕਈ ਲੋਕ ਆਪਣੇ ਵੱਲੋਂ ਇਹ ਸੋਚਦੇ ਆ ਕਿ ਇੱਕ ਜਿਹੜਾ ਟੇਬਲ ਜਿਹਾ ਖਾਸ ਕਰਕੇ ਜਿੱਥੇ ਹੁਕਮਨਾਮਾ ਸਾਹਿਬ ਲੈਣੇ ਉੱਥੇ ਟੇਬਲ ਕੋ ਪਿਆ ਹੁੰਦਾ, ਤੇ ਮੈਂ ਬੜੀ ਵਾਰ ਦੇਖਿਆ ਮਾਰਟਨ ਗੁਰੂ ਘਰ ਜੋਤ ਪ੍ਰਕਾਸ਼ ਗੁਰਦੁਆਰਾ ਸਾਹਿਬ ਤੇ ਲੋਕੀ ਉੱਥੇ ਨਾ ਪੁਰਾਣੇ ਗੁਟਕਾ ਸਾਹਿਬ ਜਾਂ ਕਈ ਵਾਰੀ ਮੈਂ ਜਿਵੇਂ ਆਪ ਜੀ ਨੇ ਦੱਸਿਆ ਕਿ ਉੱਥੋਂ ਇੱਕ ਕਿਸੇ ਨੇ 1969 ਦਾ ਕੋਈ ਜ਼ਫਰਨਾਮੇ ਦਾ ਕੋਈ ਖਰੜਾ ਕੋਈ ਏਦਾਂ ਦੀ ਕਾਨਫਰੰਸ ਹੋਈ ਸੀਗੀ ਤੇ ਉਹਦੀ ਇੱਕ ਕਾਪੀ ਸੀਗੀ ਜਿਹੜੀ ਕਿ ਆਪਣੇ ਵਾਸਤੇ ਬਹੁਤ ਇੰਪੋਰਟੈਂਟ ਹੈ ਤੇ ਉਹ ਉੱਥੇ ਉਹ ਛੱਡ ਗਏ। ਪਹਿਲੀ ਗੱਲ ਤਾਂ ਸਾਡੀ ਇਹ ਬਾਣੀ ਹੈ ਜੀ, ਜ਼ਫਰਨਾਮਾ ਸਾਡੀ ਗੁਰੂ ਪਾਤਸ਼ਾਹ ਜੀ ਦੀ ਬਾਣੀ ਹੈ। ਸੋ ਇਹਦਾ ਜਿਹੜਾ ਸਤਿਕਾਰ ਹੈ ਗੁਟਕਾ ਸਾਹਿਬ ਵਾਂਗੂ ਹੋਣਾ ਚਾਹੀਦਾ ਹੈ। ਤੇ ਜੇ ਗੁਟਕਾ ਸਾਹਿਬ ਹੋਵੇ ਉਹ ਵੀ ਅਸੀਂ ਉਹ ਟੇਬਲ ਤੇ ਲੋਕੀ ਗੰਦੇ ਬੰਦੇ ਹੱਥ ਲਾਉਂਦੇ ਆ, ਪਹਿਲੀ ਗੱਲ ਤਾਂ ਅਸੀਂ ਸਤਿਕਾਰ ਤੋਂ ਹੀਣੇ ਰਹਿ ਜਾਂਦੇ ਹਾਂ ਉੱਥੇ। ਦੂਸਰੇ ਨੰਬਰ ਤੇ ਇਹ ਸਾਡਾ ਨਾ ਹੀ ਸਿਰਫ ਬਲਕਿ ਇਹ ਇੱਕ ਆਪਾਂ ਕਹਿ ਸਕਦੇ ਹਾਂ ਕਿ ਬਾਣੀ ਹੈ, ਬਲਕਿ ਇਹ ਇਤਿਹਾਸ ਵੀ ਹੈ ਨਾ। ਸੋ ਇਹਨੂੰ ਅਗਨ ਭੇਟ ਨਹੀਂ ਕਰਨਾ ਚਾਹੀਦਾ ਜਾਂ ਕਿਸੇ ਨੂੰ ਦੇ ਨਹੀਂ ਦੇਣਾ ਚਾਹੀਦਾ। ਪਹਿਲਾਂ ਤਾਂ ਉਹਦੀ ਜਿਹੜੀ ਸਤਿਕਾਰ ਸਹਿਤ ਜਿਹੜਾ ਉਹ ਮਰਜ਼ਾਦਾ ਤਹਿਤ ਆਪਾਂ ਨੂੰ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਜਿਵੇਂ ਕਿ ਸਾਡੇ ਜਿਵੇਂ ਤੁਸੀਂ ਦੱਸਿਆ ਕਿ ਆਪਣੇ ਜਿਹੜੇ ਬਜ਼ੁਰਗ ਨੇ ਉਹ ਕਰਦੇ ਹੁੰਦੇ ਸੀਗੇ ਤੇ ਇੱਕ ਅਲੱਗ ਕਮਰੇ ਦੇ ਵਿੱਚ ਇੱਕ ਅਲੱਗ ਸ਼ੈਲਫ ਦੀ ਨੂੰ ਵਧੀਆ ਕੱਪੜਾ ਵਿਛਾ ਕੇ ਤੇ ਉਹਦੇ ਤੇ ਤੁਸੀਂ ਰੱਖੋ। ਜੇ ਗੁਟਕਾ ਸਾਹਿਬ ਹੈ ਤਾਂ ਤੁਸੀਂ ਛੋਟਾ ਜਿਹਾ ਕੋਈ ਪੀੜਾ ਲੈ ਸਕਦੇ ਹੋ ਤੇ ਏਦਾਂ ਕਰਕੇ ਆਪਣੇ ਕੋਲ ਗੁਰੂ ਪਾਤਸ਼ਾਹ ਜੀ ਨੇ ਇੰਨੇ ਵੱਡੇ ਵੱਡੇ ਘਰ ਬਖਸ਼ੇ, ਉਹਨਾਂ ਚੋਂ ਅਸੀਂ ਛੋਟਾ ਜਿਹਾ ਸਥਾਨ ਇੱਕ ਕਮਰੇ ਦਾ ਜੇ ਗੁਰੂ ਸਾਹਿਬ ਦਾ ਕਮਰਾ ਹੈਗਾ ਤਾਂ ਉਹਦੇ ਵਿੱਚ ਅਸੀਂ ਜ਼ਰੂਰ ਬਣਾ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਇਹ ਕਰਨਾ ਚਾਹੀਦਾ ਹੈ। ਤੇ ਜੇ ਇਹ ਨਹੀਂ ਹੋ ਪਾਉਂਦਾ ਜਾਂ ਕਿਸੇ ਕਾਰਨਵਸ਼ ਇਹ ਕਿਹਾ ਜਾਂਦਾ ਕਿ ਚਲੋ ਉਹਨਾਂ ਕੋਲ ਸਾਂਭ ਨਹੀਂ ਹੁੰਦੀ ਜਾਂ ਕੋਈ ਵੀ ਕਾਰਨ ਹੋ ਸਕਦੇ ਨੇ, ਉਹਦੇ ਵਾਸਤੇ ਅਸੀਂ ਇੱਕ ਉਪਰਾਲਾ ਕੀਤਾ ਜੀ ਕਿ ਇੱਕ ਵੈਬਸਾਈਟ ਮੈਂ ਤਿਆਰ ਕੀਤੀ। ਇਹ ਕਹਿ ਸਕਦੇ ਹਾਂ ਕਿ ਵੈਬਸਾਈਟ ਜਿਹੜੀ ਆ ਉਹ ਬਿਲਕੁਲ ਜਿਵੇਂ ਰਾਤੋਂ ਰਾਤ ਤਿਆਰ ਹੋਈ। ਗੁਰੂ ਸਾਹਿਬ ਨੇ ਜਿਵੇਂ ਮਨ ਦੇ ਵਿੱਚ ਪਾਇਆ
ਤੇ ਮੈਂ ਵੈਬਸਾਈਟ ਵੀ ਆਪ ਜੀ ਨੂੰ ਦੱਸਦਾ, ਉਹਦਾ ਨਾਮ ਜਿਹੜਾ ਹੈ ਮੈਂ ਰੱਖਿਆ ਗੁਰਮਤ ਪੂੰਜੀ। ਤੇ ਆਪਾਂ ਠੀਕ ਹੈ ਜੀ। ਇੰਗਲਿਸ਼ ਦੇ ਵਿੱਚ ਗੱਲ ਕਰੀਏ, ਡੋਮੇਨ ਨੇਮ ਇੰਗਲਿਸ਼ ਲੈਣੀ ਹੁੰਦੀ ਹੈ, ਸੋ ਇਸ ਕਰਕੇ GURMATPOONJI.com, gurmatpoonji.com ਹੈ ਨਾ। ਤੇ ਇਹਦਾ ਮਕਸਦ ਜਿਹੜਾ ਜੀ ਉਹ ਇਹੀ ਸੀਗਾ ਕਿ ਅਸੀਂ ਲੋਕਾਂ ਵਾਸਤੇ ਇੱਕ ਏਦਾਂ ਦਾ ਗੁਰੂ ਪਾਤਸ਼ਾਹ ਜੀ ਕਿਰਪਾ ਕਰਨਗੇ ਉਪਰਾਲਾ ਕਰ ਸਕੀਏ ਕਿ ਜਿਹੜੀ ਉਹ ਲੋਕਾਂ ਕੋਲ ਆਪਸ਼ਨ ਨਹੀਂ ਹੁੰਦੀ ਅਗਨ ਭੇਟ ਤੋਂ ਇਲਾਵਾ, ਸੋ ਉਹ ਆਪਸ਼ਨ ਜਿਹੜੀ ਉਹਨਾਂ ਨੂੰ ਅਸੀਂ ਦੇ ਦਈਏ। ਤੇ ਫਿਲਹਾਲ ਦੀ ਕੜੀ ਕੈਨੇਡਾ ਦੇ ਵਿੱਚ, ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਜਿਹੜਾ ਹੈ ਉਹ ਅਸੀਂ ਸੰਭਾਲ ਕਰ ਸਕਦੇ ਹਾਂ, ਕਿਉਂਕਿ ਇਹਦੇ ਵਾਸਤੇ ਆਪਾਂ ਨੂੰ ਲਿੰਕ ਬਣਾਉਣੇ ਪੈਣਗੇ ਕਿ ਜੇ ਪੋਥੀਆਂ ਉਹ ਜਾਂ ਗੁਟਕਾ ਸਾਹਿਬ ਹੈ ਉਹ ਫਿਜ਼ੀਕਲੀ ਹੀ ਜਾ ਕੇ ਤੁਸੀਂ ਕਿਸੇ ਨੂੰ ਦੇ ਸਕਦੇ ਹੋ ਤੇ ਉਹਨਾਂ ਦੀ ਸਾਂਭ ਉੱਥੇ ਹੋ ਸਕਦੀ ਹੈ। ਤੇ ਜਿਹੜਾ ਪਲਾਨ ਹੈ, ਬਾਕੀ ਗੁਰੂ ਪਾਤਸ਼ਾਹ ਜੀ ਜਾਣੀ ਜਾਣਨੇ, ਪਰ ਜਿਹੜਾ ਮਨ ਦੇ ਵਿੱਚ ਫੁਰਨਾ ਹੈ ਉਹ ਇਹ ਹੈ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਐਦਾਂ ਦਾ ਇੱਕ ਸਾਡਾ ਸੰਗ੍ਰਹਿ ਬਣ ਜਾਵੇ ਕਿ ਜਿਹਦੇ ਵਿੱਚ ਕੋਈ ਵੀ ਪੁਰਾਣੀ ਇਤਿਹਾਸ ਦੀ ਕਿਤਾਬ ਜਾਂ ਕੋਈ ਵੀ ਪੁਰਾਣਾ ਇਦਾਂ ਦਾ ਸਰੋਤ ਜਾਂ ਪੁਰਾਤਨ ਗੁਟਕਾ ਸਾਹਿਬ ਕੱਲ ਨੂੰ ਸਾਡੇ ਵਾਸਤੇ ਰੈਫਰੈਂਸ ਬਣ ਜਾਵੇ, ਉਹਨੂੰ ਅਸੀਂ ਇੱਕ ਆਧਾਰ ਮੰਨ ਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਛਾਪੇ ਹੁੰਦੇ ਆ ਤਾਂ ਉਹਨਾਂ ਨਾਲ ਅਸੀਂ ਕੰਪੈਰੀਜ਼ਨ ਕਰ ਸਕੀਏ। ਤੇ ਇਹ ਵੀ ਇੱਕ ਅਧਿਐਨ ਦਾ ਵਿਸ਼ਾ ਹੈ। ਇਹਦੇ ਵਾਸਤੇ ਇਹਨੂੰ ਇਸ ਕਰਕੇ ਆਪਾਂ ਇਹ ਕਹਿੰਦੇ ਆ ਕਿ ਜਿਹੜੇ ਗੁਟਕਾ ਸਾਹਿਬ ਅਸੀਂ ਇਕੱਤਰ ਕਰਾਂਗੇ ਜਾਂ ਪੋਥੀਆਂ ਜਾਂ ਪੁਸਤਕਾਂ ਕੋਈ ਵੀ ਪੁਰਾਤਨ ਜਿਹੜੀਆਂ ਇਕੱਤਰ ਕਰਾਂਗੇ, ਉਹਨਾਂ ਨੂੰ ਅਸੀਂ ਪੂਰੀ ਮਰਜ਼ਾਦਾ ਤਹਿਤ ਸਾਂਭ ਉਹਨਾਂ ਦੀ ਕਰਾਂਗੇ ਤੇ ਸਿਰਫ ਅਧਿਐਨ ਦੇ ਤੌਰ ਤੇ ਵਰਤਿਆ ਜਾਏਗਾ। ਤੇ ਨਾਲ ਹੀ ਨਾਲ ਇੱਕ ਐਦਾਂ ਦੀ ਜਿਹੜੀ ਇਹ ਵੈਬਸਾਈਟ ਹੈ, ਇਹਦੇ ਤੇ ਹੀ ਇੱਕ ਅਲੱਗ ਕਾਲਮ ਹੋਏਗਾ ਜਿਹਦੇ ਤੇ ਜਿੰਨੀਆਂ ਪੁਸਤਕਾਂ ਇਕੱਤਰ ਹੋਈਆਂ, ਇੱਕ ਐਦਾਂ ਦਾ ਜਿਵੇਂ ਆਪਾਂ ਕਹਿੰਦੇ ਨਾ ਓਪਨ ਸੋਰਸ ਇੱਕ ਬਣ ਜਾਂਦਾ ਕਿ ਉੱਥੇ ਕਿਸੇ ਨੇ ਰਿਕੁਐਸਟ ਭੇਜੀ ਤੇ ਉਹ ਚੀਜ਼ ਜਿਹੜੀ ਹੈ ਉੱਥੇ ਆ ਜਾਵੇ, ਤੇ ਜਦੋਂ ਅਸੀਂ ਕਲੈਕਟ ਕਰ ਲਿਆ ਉਹ ਪੁਸਤਕ ਹੈ ਜਾਂ ਕੁਝ ਵੀ ਹੈ ਤਾਂ ਉਹਦਾ ਨਾਮ ਉੱਥੇ ਆ ਜਾਵੇ, ਹੈ ਨਾ। ਸੋ ਉੱਥੇ ਜੇ ਨਾਮ ਆ ਜਾਏਗਾ, ਕੋਈ ਦੇਖ ਵੀ ਸਕੇਗਾ ਕਿ ਸਾਡੇ ਕੋਲ ਕੀ ਚੀਜ਼ ਇਸ ਟਾਈਮ ਹੈਗੀ ਹੈ ਤੇ ਕੀ ਚੀਜ਼। ਹੁਣ ਇਹਦੇ ਵਾਸਤੇ ਸਾਨੂੰ ਜਿਹੜੇ ਕੋਈ ਚਾਹਵਾਨ ਹੋਣ ਸੇਵਾ ਕਰਨ ਦੇ, ਤੇ ਅਸੀਂ ਮਿਲ ਕੇ ਰਲ ਕੇ ਸੇਵਾ ਕਰੀਏ ਤੇ ਉਹ ਵੀ ਬਹੁਤ ਵੱਡਾ ਇੱਕ ਕਾਰਜ ਹੋਵੇਗਾ, ਕਿਉਂਕਿ ਇਹਦੇ ਵਾਸਤੇ ਸੇਵਾਦਾਰਾਂ ਦੀ ਲੋੜ ਤਾਂ ਜੀ ਦੇਖੋ ਪਏਗੀ, ਕਿਉਂਕਿ ਕਿਸੇ ਨੇ ਵੈਨਕੂਵਰ ਦੇ ਵਿੱਚ ਪੋਥੀ ਦੇਣੀ ਹੈ, ਹੁਣ ਮੈਂ ਟੋਰਾਂਟੋ ਦੇ ਵਿੱਚ ਹਾਂ। ਸੋ ਪਲਾਨ ਹੀ ਏਦਾਂ ਕੀਤਾ ਕਿ ਬਹੁਤ ਇੱਕ ਜਿਹੜਾ ਮੇਰਾ ਪ੍ਰੇਮ ਪਿਆਰ ਹੈ ਰਾਗੀ ਸਿੰਘਾਂ, ਪਾਠੀ ਸਿੰਘਾਂ, ਢਾਡੀ ਸਿੰਘਾਂ ਨਾਲ, ਗੁਰੂ ਘਰ ਦੇ ਪ੍ਰਚਾਰਕਾਂ ਨਾਲ, ਤੇ ਉਹਨਾਂ ਨੂੰ ਅਸੀਂ ਕਈ ਵਾਰੀ ਇੰਨਾ ਛੋਟਾ ਜਿਹਾ ਸਵਾਲ ਪਾ ਸਕਦੇ ਹਾਂ ਕਿਉਂਕਿ ਉਹ ਟਰੈਵਲ ਕਰਦੇ ਰਹਿੰਦੇ। ਜਦੋਂ ਉਹ ਟੋਰਾਂਟੋ ਆਉਂਦੇ ਉਹਨਾਂ ਨੇ ਵੈਨਕੂਵਰ ਜਾਣਾ ਹੁੰਦਾ ਹੈ, ਫਿਰ ਉਹ ਮੌਂਟਰੀਅਲ ਜਾਣਾ ਹੁੰਦਾ ਹੈ, ਜਾਂ ਕੈਲੀਫੋਰਨੀਆ ਜਾਣਾ ਹੁੰਦਾ ਹੈ, ਜਾਂ ਕਿਤੇ ਵੀ ਜੇ ਗੁਰਦੁਆਰਿਆਂ 'ਚ ਜਾਣਾ ਹੁੰਦਾ ਹੈ ਉਹਨਾਂ ਨੇ। ਸੋ ਆਪਾਂ ਉਹਨਾਂ ਥਾਵਾਂ ਤੋਂ ਇਕੱਤਰ ਕਰਕੇ ਤੇ ਇੱਕ ਥਾਂ ਤੇ ਇੱਕ ਜਿਹੜਾ ਇਕੱਤਰ ਕਰ ਸਕਦੇ ਹਾਂ, ਜਾਂ ਆਉਣ ਵਾਲੇ ਸਮੇਂ 'ਚ ਵੱਖ-ਵੱਖ ਥਾਵਾਂ ਵੀ ਜਿਹੜੀਆਂ ਉਹ ਬਣਾ ਸਕਦੇ ਹਾਂ। ਮਤਲਬ ਕੈਨੇਡਾ ਤੋਂ ਇਲਾਵਾ ਆਪਾਂ ਭਾਰਤ ਜਾਂ ਕਿਸੇ ਹੋਰ ਕੰਟਰੀਆਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਹੋ ਸਕਦੇ ਨੇ। ਬਿਲਕੁਲ ਜੀ, ਬਿਲਕੁਲ ਬਿਲਕੁਲ, ਇਹ ਏਦਾਂ ਹੀ ਕਰਨਾ ਪਏਗਾ ਤੇ ਬਿਲਕੁਲ ਏਦਾਂ ਹੀ ਕਰਨਾ। ਆਪਾਂ ਨੂੰ ਸੋਚਣਾ ਵੀ, ਜੇ ਆਪਾਂ ਏਦਾਂ ਸੋਚ ਕੇ ਚੱਲਦੇ ਹਾਂ ਫਿਰ ਕੀ ਹੋਏਗਾ ਕਿ ਇੱਕ ਤਾਂ ਸਾਰਾ ਜਿਹੜਾ ਖਜ਼ਾਨਾ ਹੀ ਇਹਨੂੰ ਆਪਾਂ ਕਹਿ ਸਕਦੇ ਹਾਂ ਜੀ, ਪੂੰਜੀ, ਨਾਮ ਹੀ ਇਹਦਾ ਨਾਮ ਪੂੰਜੀ ਰੱਖਿਆ, ਗੁਰਮਤ ਪੂੰਜੀ ਹੈ ਸਾਡੀ, ਹੈ ਨਾ। ਸੋ ਇਹ ਸਰਮਾਇਆ, ਇਹ ਪੂੰਜੀ, ਇਹ ਖਜ਼ਾਨਾ, ਇਹ ਇੱਕ ਥਾਂ ਤੇ ਇਕੱਤਰ ਨਾ ਹੋਵੇ ਤੇ ਬਿਹਤਰ ਹੁੰਦਾ ਹੈ। ਆਪ ਜੀ ਇਤਿਹਾਸ ਤੋਂ ਜਾਣੂ ਹੋਵੋਗੇ, ਇੱਕ ਥਾਂ ਤੇ ਕੋਈ ਵੀ ਚੀਜ਼ ਇਕੱਤਰ ਹੋਵੇ ਤੇ ਉਹਦਾ ਨੁਕਸਾਨ ਹੋ ਸਕਦਾ ਹੈ, ਤੇ ਇਹ ਫਾਇਦਾ ਇਹਦੇ ਵਿੱਚ ਹੀ ਹੈ ਕਿ ਇਹ ਅਲੱਗ-ਅਲੱਗ ਥਾਵਾਂ ਤੇ ਹੋਵੇ, ਪੰਜਾਬ ਦੇ ਵਿੱਚ ਅਲੱਗ-ਅਲੱਗ ਥਾਵਾਂ ਹੋਣ, ਤੇ ਫਿਰ ਉਹਨਾਂ ਦਾ ਜਿਹੜਾ ਸਾਡੇ ਕੋਲ ਇੱਕ ਸੈਂਟਰਲ ਪੁਆਇੰਟ ਹੋਵੇ, ਤੇ ਇਹਦੀ ਡਿਜੀਟਲਾਈਜੇਸ਼ਨ ਵੀ ਹੋਵੇ। ਜਿਵੇਂ ਕਿ ਆਪ ਜੀ ਸ਼ਾਇਦ ਜਾਣੂ ਹੋਵੋ, ਪੰਜਾਬ ਡਿਜੀਟਲ ਲਾਇਬ੍ਰੇਰੀ .org ਕਰਕੇ, LIB ਪੂਰਾ ਨਹੀਂ ਲਿਖਿਆ, ਉਹਨਾਂ ਨੇ ਪੰਜਾਬ ਡਿਜੀਟਲ ਲਾਇਬ੍ਰੇਰੀ, ਤੁਸੀਂ ਗੂਗਲ ਤੇ ਸਰਚ ਮਾਰੋਗੇ ਤੇ ਆ ਜਾਏਗਾ। ਉਹਦੇ ਤੇ ਜੀ ਉਹ ਇੰਨੀਆਂ ਪੁਰਾਤਨ ਕਿਤਾਬਾਂ ਦੇ ਜਿਹੜੇ ਉਤਾਰੇ ਪਏ ਹੋਏ ਨੇ। ਤੁਸੀਂ ਆਪਾਂ ਫਾਰਸੀ ਦੇ ਸਰੋਤਾਂ ਦੀ ਗੱਲ ਕਰੀਏ, ਜਾਂ ਅਸੀਂ ਪੰਜਾਬੀ ਦੇ ਸਰੋਤਾਂ ਦੀ ਗੱਲ ਕਰੀਏ, ਜਾਂ ਇੰਗਲਿਸ਼ ਦੀਆਂ ਬੁੱਕਸ ਦੀਆਂ ਗੱਲ ਕਰੀਏ, ਉਹ ਸਾਰੀਆਂ ਉਹਨਾਂ ਕੋਲ ਪਈਆਂ ਹੋਈਆਂ। ਇਹ ਮੇਰੀ ਗੱਲ ਹੋਈ ਸੀਗੀ ਭਾਈ ਸਾਹਿਬ ਕਸ਼ਮੀਰ ਸਿੰਘ ਜੀ ਨੇ ਪੰਜਾਬੀ ਯੂਨੀਵਰਸਿਟੀ ਤੋਂ, ਤੇ ਉਹਨਾਂ ਨੇ ਵੀ ਇਹ ਗੱਲ ਦੱਸੀ ਹੈ ਕਿ ਇਹ ਚੀਜ਼ ਜਿਹੜਾ ਪਲਾਨ ਹੈ ਇਹ ਪੰਜਾਬੀ ਯੂਨੀਵਰਸਿਟੀ ਵੀ ਕਰ ਰਹੀ ਹੈ। ਏਦਾਂ ਹੀ ਮੇਰੀ ਇੱਕ ਦੋ ਜਣਿਆਂ ਨਾਲ ਹੋਰ ਗੱਲ ਹੋਈ ਹੈ। ਸੋ ਸਾਡਾ ਵੀ ਵਿਚਾਰ ਇਹ ਹੈ ਕਿ ਜੋ ਵੀ ਚੀਜ਼ ਸਾਡੇ ਕੋਲ ਆਉਂਦੀ ਹੈ ਉਹਦਾ ਜਿਹੜਾ ਇੱਕ ਡਿਜੀਟਲ ਉਤਾਰਾ ਵੀ ਕਰ ਲਿਆ ਜਾਵੇ, ਜੇ ਉਹ ਸਰੋਤ ਪੁਰਾਤਨ ਹੈ। ਜੇ ਤਾਂ ਉਹ ਨਵੇਕਲਾ ਹੈ ਤਾਂ ਫਿਰ ਤਾਂ ਸਾਨੂੰ ਉਹਦਾ ਕੋਈ ਇੰਨਾ ਮਕਸਦ ਨਹੀਂ ਬਣਦਾ ਕਿ ਜੇ ਆਪਾਂ ਕਾਪੀ ਕਰ ਲਈਏ ਤੇ ਜਾਂ ਨਾ ਕਰੀਏ, ਲੇਕਿਨ ਜੇ ਉਹ ਸਰੋਤ ਪੁਰਾਤਨ ਹੈ ਤਾਂ ਜ਼ਰੂਰ ਸਾਨੂੰ ਉਹਦੀ ਇੱਕ ਡਿਜੀਟਲਾਈਜੇਸ਼ਨ ਕਰਕੇ ਤੇ ਉਹਦੀ ਇੱਕ ਆਨਲਾਈਨ ਕਾਪੀ ਜਿਹੜੀ ਹੈ ਉਹ ਵੀ ਮੁਹੱਈਆ ਕਰਾਉਣੀ ਚਾਹੀਦੀ ਹੈ, ਤੇ ਕਮ ਸੇ ਕਮ ਅਵੇਲੇਬਲ ਜ਼ਰੂਰ ਹੋਣੀ ਚਾਹੀਦੀ ਹੈ, ਤਾਂ ਕਿ ਸੰਗਤਾਂ ਨੂੰ ਕੋਈ ਡਾਊਟ ਨਾ ਹੋਵੇ ਕਿ ਉਹ ਸਰੂਪ ਜਾਂ ਉਹ ਪੋਥੀ ਸਾਹਿਬ ਜਿਹੜਾ ਅਸੀਂ ਦਿੱਤਾ ਸੀਗਾ ਉਹ ਕੀ ਸੰਭਾਲ ਹੋ ਰਹੀ ਆ ਉਹਦੀ ਜਾਂ ਨਹੀਂ ਹੋ ਰਹੀ, ਹੈ ਨਾ। ਬਿਲਕੁਲ ਜੀ, ਇਸ ਕਰਕੇ ਤੁਹਾਡੇ ਕੋਲੇ ਮਤਲਬ ਪੂਰਾ ਰਿਕਾਰਡ ਹੋਊਗਾ ਉਸ ਚੀਜ਼ ਦਾ, ਹੈ ਨਾ। ਬਿਲਕੁਲ ਜੀ, ਬਿਲਕੁਲ। ਠੀਕ ਹੈ ਜੀ। ਤੇ ਇੱਕ ਗੱਲ ਕਲੀਅਰ ਕਰੋ ਵੀ ਜੇ ਹੁਣ ਜਿਵੇਂ ਇਹ ਵੀਡੀਓ ਸ਼ਾਇਦ ਬਹੁਤ ਸਾਰੇ ਇੱਥੇ ਸੰਗਤ ਨੇ ਸੁਣਿਆ ਕੈਨੇਡਾ ਦੇ ਵਿੱਚ ਵੀ, ਹੈ ਨਾ, ਕਿ
ਕੋਈ ਤੁਹਾਨੂੰ ਕਵੇ ਕਿ ਮੇਰੇ ਘਰੇ ਇੰਨੇ ਪੋਥੀ ਸਾਹਿਬ ਪਏ ਨੇ, ਚਾਹੇ ਜਿਹੜੇ ਹੁਣ ਆਪਾਂ ਲੈਂਦੇ ਆ ਨਾ, ਜਿਹੜੇ ਆਮ ਪੋਥੀ ਸਾਹਿਬ ਜਿਹੜੇ ਨਿਤਨੇਮ ਹੁੰਦੇ ਆ, ਜੇ ਉਹ ਬਿਰਧ ਹੈਗੇ ਆ, ਤਾਂ ਉਹਦੀ ਵੀ ਟੇਕ ਕੇਅਰ ਕਰੋਗੇ ਤੁਸੀਂ, ਜਾਂ ਉਹਦਾ ਕੀ ਹੱਲ ਕੀ ਹੋ ਸਕਦਾ ਉਸ ਚੀਜ਼ ਦਾ? ਦੇਖੋ ਜੀ, ਸਾਡੀ ਇੱਕ ਪੰਥ ਪ੍ਰਵਾਨਿਤ ਜਿਹੜੀ ਮਰਜ਼ਾਦਾ ਹੈ ਉਹ ਇਹ ਹੈ ਕਿ ਇੱਕ ਆਪਾਂ ਸ਼ਬਦ ਵਰਤਦੇ ਆ ਨਾ, ਅਗਨ ਭੇਟ, ਤੇ ਇੱਕ ਆਪਾਂ ਸ਼ਬਦ ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਸਤੇ ਵਰਤੀਏ ਤਾਂ ਉਹ ਉੱਥੇ ਆਪਾਂ ਅਗਨ ਭੇਟ ਨਹੀਂ ਕਵਾਂਗੇ, ਉੱਥੇ ਆਪਾਂ ਜਿਹੜਾ ਆਪਣੇ ਜਿਵੇਂ ਆਪਾਂ ਬੰਦੇ ਵਾਸਤੇ ਕਿਸੇ ਵਾਸਤੇ ਕਹਿੰਦੇ ਆ ਅੰਤਮ ਸੰਸਕਾਰ, ਤੇ ਉਦਾਂ ਹੀ ਗੁਰੂ ਪਾਤਸ਼ਾਹ ਜੀ ਨੂੰ ਅਸੀਂ ਇੱਕ ਜਾਗਦਾ ਸਰੂਪ, ਇੱਕ ਦੇਹ ਸਮਝਦੇ ਹਾਂ। ਸੋ ਉੱਥੇ ਅਸੀਂ ਅੰਤਮ ਸੰਸਕਾਰ ਜਿਹੜਾ ਹੈ ਉਹ ਸ਼ਬਦ ਵਰਤਦੇ ਹਾਂ, ਤੇ ਉਹਦੀ ਜਿਹੜੀ ਮਰਜ਼ਾਦਾ ਵੀ ਹੈ ਉਹ ਬਿਲਕੁਲ ਅੰਤਮ ਸੰਸਕਾਰ ਵਾਲੀ ਮਰਜ਼ਾਦਾ ਹੈ। ਹੁਣ ਜਿਹੜੇ ਤਾਂ ਨਵੇਂ ਛਾਪੇ ਆ, ਜੇ ਤਾਂ ਫਰਜ਼ ਕਰੋ ਕੋਈ ਪੱਥਰ ਛਾਪਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਤਾਂ ਉਹ ਬਿਲਕੁਲ ਵੀ ਉਸ ਨੂੰ ਮਤਲਬ ਅੰਤਮ ਸੰਸਕਾਰ ਦੇ ਵੱਲ ਆਪਾਂ ਨੂੰ ਸੋਚਣਾ ਨਹੀਂ ਚਾਹੀਦਾ, ਤੇ ਉਹਦੀ ਸੰਭਾਲ ਜਿਹੜੀ ਹੈ ਉਹ ਪੂਰਨ ਤੌਰ ਤੇ ਕਰਨੀ ਚਾਹੀਦੀ ਹੈ। ਤੇ ਏਦਾਂ ਹੀ ਕੋਈ ਪੁਰਾਤਨ ਕੋਈ ਪੁਸਤਕ ਹੋਵੇ ਜਾਂ ਕੋਈ ਗੁਰਬਾਣੀ ਦਾ ਬਹੁਤ ਪੁਰਾਣਾ ਗੁਟਕਾ ਸਾਹਿਬ ਹੋਵੇ, ਫਿਰ ਤਾਂ ਸਾਨੂੰ ਜੀ ਉਹਦੀ ਸਾਂਭ ਕਰਨੀ ਚਾਹੀਦੀ ਹੈ, ਜਿਵੇਂ ਆਪਾਂ ਪ੍ਰੋਜੈਕਟ ਚਲਾ ਰਹੇ ਹਾਂ। ਤੇ ਜਿਹੜਾ ਹੁਣ ਨਵੇਂ ਏਦਾਂ ਹੁਣ ਬੜੇ ਲੋਕਾਂ ਕੋਲ ਕੈਲੰਡਰ ਹੁੰਦੇ ਆ, ਜਾਂ ਕੋਈ ਤੁਸੀਂ ਦੇਖਿਆ ਹੋਣਾ ਵਿਆਹ ਦੇ ਕਾਰਡ ਹੁੰਦੇ ਜਿਨ੍ਹਾਂ ਤੇ ਗੁਰਬਾਣੀ ਲਿਖ ਦਿੰਦੇ ਆ। ਪਹਿਲੀ ਗੱਲ ਤਾਂ ਨਹੀਂ ਲਿਖਣੀ ਚਾਹੀਦੀ, ਪਰ ਜੇ ਕੋਈ ਏਦਾਂ ਦੇ ਕੋਈ ਪੁਰਾਣੇ ਕਾਰਡ ਕਿਸੇ ਪਏ ਹੈ ਤੇ ਉਹਨਾਂ ਦਾ ਹੱਲ ਤਾਂ ਜੀ ਅਗਨ ਭੇਟ ਹੀ ਹੈ। ਉਹਨਾਂ ਨੂੰ ਅਸੀਂ ਸਾਂਭ ਕੇ ਕੀ ਕਰਨਾ ਹੈ ਨਾ, ਉਹ ਤਾਂ ਅਗਨ ਭੇਟ ਹੈ। ਜਾਂ ਜਿਵੇਂ ਕੈਲੰਡਰ ਹੈ, ਹੁਣ ਮਸਲਾ ਕੌਮ ਦੇ ਵਿੱਚ ਕੈਲੰਡਰ ਦਾ ਵੀ ਬਹੁਤ ਪਿਆ ਹੋਇਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਬਹੁਤ ਸਾਰੀ ਜਿਹੜੀ ਹੈ ਲੋੜ ਪਏਗੀ, ਚਾਹੇ ਕਿ ਉਹ ਕੈਲੰਡਰ ਦੇ ਨਾਲ ਰਿਲੇਟਡ ਹੋਵੇ, ਚਾਹੇ ਉਹ ਆਪਣੇ ਸਿੱਖ ਇਤਿਹਾਸ ਨਾਲ ਰਿਲੇਟਡ ਹੋਵੇ, ਚਾਹੇ ਕਿ ਉਹ ਆਪਣੇ ਕਿਸੇ ਵੀ ਚੀਜ਼ ਜਿਹੜੀ ਪੁਰਾਤਨ ਹੋ ਜਾਂਦੀ ਹੈ ਨਾ, ਉਹਦਾ ਇੱਕ ਆਪਣਾ ਮੁੱਲ ਹੁੰਦਾ ਜੀ। ਸੋ ਇਹ ਜਿਹੜਾ ਪ੍ਰੋਜੈਕਟ ਹੈ ਇਹ ਉਸ ਚੀਜ਼ ਨੂੰ ਸਾਂਭਣ ਵਾਸਤੇ ਹੈ, ਇਹ ਅਗਨ ਭੇਟ ਨੂੰ ਰਿਪਲੇਸ ਕਰਨ ਵਾਸਤੇ ਨਹੀਂ ਹੈ। ਕਿ ਏਦਾਂ ਤਾਂ ਹਜ਼ਾਰਾਂ ਗੁਟਕਾ ਸਾਹਿਬ ਜਾਂ ਹਜ਼ਾਰਾਂ ਕਿਸੇ ਕੋਲ ਕਿਤਾਬਾਂ ਹੋਣਗੀਆਂ, ਕੋਈ ਆਪਾਂ ਨੂੰ ਇਹ ਕਵੇ ਕਿ ਇਹ ਪੰਜਾਬੀ ਦੀ ਕਿਤਾਬ ਹੈ ਸਾਡੇ ਕੋਲ, ਕੋਈ ਹੋ ਕਿਸੇ ਕੋਲ ਮੁਹਾਰਨੀ ਦੀ ਕਿਤਾਬ ਹੋਵੇ, ਕਿਸੇ ਕੋਲ ਊੜੇ ਆੜੇ ਦੀ ਕਿਤਾਬ ਹੋਵੇ, ਕਿਸੇ ਕੋਲ ਕੋਈ ਹੋਰ ਏਦਾਂ ਦੀ ਜੇ ਕਿਤਾਬ ਹੋਵੇ, ਸੋ ਉਹਦਾ ਇਸ ਸੰਗ੍ਰਹਿ ਦੇ ਵਿੱਚ ਕੋਈ ਖਾਸ ਆਪਾਂ ਇਹ ਕਹਿ ਸਕਦੇ ਹਾਂ ਕਿ ਮਕਸਦ ਨਹੀਂ ਹੋਵੇਗਾ। ਆਪਣਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਜਿਹੜੇ ਪੁਰਾਤਨ ਸਰੂਪ ਗੁਟਕਾ ਸਾਹਿਬ ਬਿਰਧ ਹੋ ਗਏ ਨੇ ਤੇ ਪਰ ਹੈ ਪੁਰਾਤਨ ਨੇ, ਸੋ ਅਸੀਂ ਉਹਨਾਂ ਦੀ ਸਾਂਭ ਕਰ ਸਕੀਏ। ਕਿਉਂਕਿ ਬਹੁਤ ਸਾਰੇ ਘਰਾਂ ਦੇ ਵਿੱਚ ਜਿਹੜੇ ਮੰਥਲੀ ਮੈਗਜ਼ੀਨ ਵੀ ਆਉਂਦੇ ਆ ਨਾ, ਹਾਂਜੀ, ਉਹ ਕਰਦੇ ਆ, ਉਹ ਇਕੱਠੇ ਕਰ ਉਹ ਕਿਸੇ ਨਾ ਕਿਸੇ ਨੇੜੇ ਗੁਰਦੁਆਰਾ ਸਾਹਿਬ ਦੇ ਆਉਂਦੇ ਆ। ਕਈ ਗੁਰਦੁਆਰਾ ਸਾਹਿਬ ਵਾਲੇ ਅੱਗੇ ਕਿਤੇ ਹੋਰ ਪਹੁੰਚਾ ਦਿੰਦੇ ਆ ਨਾ। ਹੁਣ ਆਪਾਂ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਵੀ ਦੇਖਦੇ ਹਾਂ, ਕਈ ਗੁਰੂ ਘਰਾਂ ਦੇ ਵਿੱਚ ਪ੍ਰੋਪਰ ਮਰਿਆਦਾ ਦੇ ਅਨੁਸਾਰ ਉਹ ਪਾਲਕੀ ਟਾਈਪ ਕੁਛ ਬਣਾਇਆ ਹੁੰਦਾ ਉਹਨਾਂ ਨੇ ਇਹਦਾ ਸੰਸਕਾਰ ਕਰਨ ਵਾਲਾ। ਭਾਰਤ ਦੇ ਸਾਰੇ ਜਿੰਨੇ ਮੈਗਜ਼ੀਨ ਜਾਂ ਕਾਰਡ ਜਾਂ ਪੋਥੀ ਸਾਹਿਬ ਜਿੰਨੇ ਵੀ ਸਰੂਪ ਜਾਂ ਬਿਰਧ ਹੁੰਦੇ ਨੇ, ਉਹ ਉੱਥੇ ਬੜੀ ਮਰਿਆਦਾ ਦੇ ਨਾਲ ਸੰਸਕਾਰ ਕਰਦੇ ਨੇ ਹਨਾ ਉਹਦਾ। ਤੋ ਇਸ ਤਰ੍ਹਾਂ ਵਧੀਆ ਇਹ ਜਿਹੜਾ ਤੁਹਾਡਾ ਉਪਰਾਲਾ ਇਹ ਤੁਸੀਂ ਵਿਅਕਤੀਗਤ ਤੌਰ ਤੇ ਕਰ ਰਹੇ ਹੋ ਜਾਂ ਕੋਈ ਆਰਗੇਨਾਈਜੇਸ਼ਨ ਜਾਂ ਸੰਸਥਾ ਤੁਹਾਡੇ ਨਾਲ ਹੈਗੀ ਆ? ਨਹੀਂ ਜੀ, ਹਲੇ ਫਿਲਹਾਲ ਦੀ ਘੜੀ ਮੈਂ ਜਿਵੇਂ ਆਪ ਜੀ ਨੂੰ ਦੱਸਿਆ ਕਿ ਇਹ ਗੱਲ ਜਿਹੜੀ ਸ਼ੁਰੂ ਹੋਈ ਹੈ ਉਹ ਮੈਂ ਗੁਰਬਾਣੀ ਪੜ੍ਹ ਰਿਹਾ ਸੀਗਾ, ਮੈਂ ਆਪਣਾ ਸਹਿਜ ਪਾਠ ਕਰ ਰਿਹਾ ਸੀਗਾ। ਸੋ ਉਹਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਮੈਨੂੰ ਏਦਾਂ ਬਖਸ਼ਿਸ਼ ਕੀਤੀ ਕਿ ਇਹ ਕੰਮ ਹੈ ਜਿਹੜਾ ਹੋਣਾ ਚਾਹੀਦਾ। ਕੁਛ ਮੈਂ ਇਤਿਹਾਸ ਨਾਲ ਤੇ ਵੈਸੇ ਵੀ ਜਿਹੜੇ ਇੱਕ ਕਹਿ ਲਓ ਵੀ ਸੰਬੰਧਤ ਆ, ਜਾਂ ਮੈਂ ਵਿਦਿਆਰਥੀ ਕਹਿ ਲਓ, ਜਾਂ ਮੈਂ ਮੇਰਾ ਇਹਦੇ ਵਿੱਚ ਰੁਝਾਨ ਹੈ। ਤੇ ਸੋ ਮੇਰੇ ਆਪਣੇ ਵੀ ਕਿਤਾਬਾਂ ਦਾ ਜਿਹੜਾ ਇੱਕ ਸੰਗ੍ਰਹਿ ਹੈ ਮੇਰੇ ਕੋਲ, ਉਹਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਏਦਾਂ ਦੀਆਂ ਪਈਆਂ ਜਿਹੜੀਆਂ ਕਿ ਆਮ ਤੌਰ ਤੇ ਛੇਤੀ ਨਹੀਂ ਮਿਲਦੀਆਂ, ਤੇ ਖਾਸ ਕਰਕੇ ਕੈਨੇਡਾ ਦੇ ਵਿੱਚ ਆਪਾਂ ਬੈਠੇ ਹਾਂ ਤੇ ਇੱਥੇ ਤਾਂ ਬਹੁਤ ਹੀ ਔਖੀਆਂ ਮਿਲਦੀਆਂ ਨਾ। ਸੋ ਉਹਨਾਂ ਦੇ ਕਈ ਵਾਰੀ ਏਦਾਂ ਵੀ ਹੁੰਦਾ ਜੀ ਭਾਈ ਸਾਹਿਬ ਕਿ ਮੈਂ ਆਪ ਜੀ ਨਾਲ ਇੱਕ ਐਗਜ਼ਾਮਪਲ ਸ਼ੇਅਰ ਕਰਦਾ। ਹੁਣ ਡਾਕਟਰ ਸੰਗਤ ਸਿੰਘ ਦੀ ਇੱਕ ਕਿਤਾਬ ਹੈ ਜੀ, ਉਹ ਹੈ ਸਿੱਖਸ ਇਨ ਹਿਸਟਰੀ, ਜਿਹੜਾ ਤਾਂ ਉਹ ਸੀਗਾ 2004 ਤੋਂ ਪਹਿਲਾਂ ਵਾਲਾ 1999 ਤੋਂ ਲੈ ਕੇ 2004 ਤੱਕ ਦਾ। ਉਹਦੇ ਵਿੱਚ ਜਿਹੜੀ ਚੀਜ਼ ਫਰਜ਼ ਕਰੋ 175 ਨੰਬਰ ਪੇਜ ਤੇ ਆ ਰਹੀ ਹੈ, ਉਹ 2005 ਤੋਂ ਬਾਅਦ ਵਾਲੇ ਜਿਹੜੇ ਉਹਨਾਂ ਦੀ ਪਬਲੀਕੇਸ਼ਨ ਸੀਗੀ ਨਾ, ਉਹਦੇ ਵਿੱਚ ਜਿਹੜੀ ਉਹ ਚੀਜ਼ ਹੈ ਉਹਦਾ ਪੇਜਾਂ ਦਾ ਫਰਕ ਏਦਾਂ ਪੈ ਗਿਆ ਕਿਉਂਕਿ ਉਹਨਾਂ ਨੇ ਫੋਰਵਰਡ ਇੱਕ ਐਡ ਕਰ ਦਿੱਤਾ ਨੋਇਲ ਕਿੰਗ ਦੇ ਦੁਆਰਾ, ਇੱਕ ਪ੍ਰੀਫੇਸ ਕਹਿ ਲਓ, ਇਹ ਐਡ ਕਰ ਦਿੱਤਾ। ਹੁਣ ਜਦੋਂ ਪ੍ਰੀਫੇਸ ਐਡ ਹੋ ਗਿਆ ਤਾਂ ਉਹ ਨੰਬਰਾਂ ਦੇ ਪੇਜਾਂ ਦੇ ਨੰਬਰਾਂ ਦੇ ਵਿੱਚ ਫਰਕ ਪੈ ਗਿਆ। ਹੁਣ ਫਰਜ਼ ਕਰੋ ਕਿ ਆਪ ਜੀ ਨੇ ਕਿਸੇ ਦੀ ਕੋਈ, ਮੈਂ ਆਪ ਜੀ ਨਾਲ ਜਿਹੜੀ ਗੱਲ ਸਾਂਝੀ ਕਰ ਰਿਹਾ ਕਿ 2005 ਦੇ ਵਿੱਚ ਮੈਂ ਆਪਣੇ ਹੱਥ ਦੇ ਨਾਲ ਨੋਟਸ ਬਣਾਏ ਸੀ ਕਿ ਡਾਕਟਰ ਸੰਗਤ ਸਿੰਘ ਦੀ ਕਿਤਾਬ ਦੇ ਵਿੱਚ ਇਹ ਫਲਾਣਾ ਨੋਟ, ਇੱਥੇ ਜਾ ਕੇ ਇਹ ਚੀਜ਼ ਦੇਖਣੀ ਹੈ। ਉਹ ਕਿਤਾਬ ਮੈਂ ਕਿਸੇ ਨੂੰ ਦੇ ਬੈਠਾ। ਜਦੋਂ ਮੈਂ ਦੁਬਾਰਾ ਕਿਤਾਬ ਲਈ, ਉਹ ਮੈਂ 2005 ਵਾਲੀ ਕਿਤਾਬ ਲਈ। ਹੁਣ ਮੈਂ ਉਹ ਚੀਜ਼ ਲੱਭ ਰਿਹਾ ਤੇ ਮੇਰੇ ਮਨ 'ਚ ਪਹਿਲੀ ਗੱਲ ਸ਼ੰਕਾ ਪੈਦਾ ਹੋ ਰਹੀ ਕਿ ਇਹਨਾਂ ਨੇ ਕਿਤਾਬ ਚੇਂਜ ਕਰ ਦਿੱਤੀ ਹੈ, ਤਾਂ ਸਾਡਾ ਇਤਿਹਾਸ ਜਿਹੜਾ ਹੈ ਉਹ ਚੇਂਜ ਹੋ ਰਿਹਾ। ਪਰ ਗੱਲ ਏਦਾਂ ਨਹੀਂ ਸੀਗੀ, ਗੱਲ ਇਹ ਸੀਗੀ ਕਿ ਉਹ ਪੇਜ ਜਿਹੜੇ ਆ ਉਹ ਅੱਗੇ ਪਿੱਛੇ ਹੋ ਗਏ। ਸੋ ਸਾਡੇ ਕੋਲ ਹੁਣ ਏਦਾਂ ਇਹ ਚੀਜ਼ ਦਾ ਫਰਕ ਪੈ ਜਾਂਦਾ ਕਿ ਕੋਈ ਪੁਰਾਤਨ ਪੁਸਤਕ ਹੋਵੇ, ਜੇ ਉਹਦੀਆਂ ਫਰਜ਼ ਕਰੋ ਕਿ 50 ਕਾਪੀਆਂ ਅਵੇਲੇਬਲ ਹੈ, ਕਮ ਸੇ ਕਮ ਇੱਕ ਕਾਪੀ ਜ਼ਰੂਰ ਕਿਤੇ ਸਾਂਭ ਕੇ, ਜਾਂ 3-4 ਕਾਪੀਆਂ ਜ਼ਰੂਰ ਸਾਂਭ ਕੇ ਰੱਖੀਆਂ ਹੋਣ।
ਉਦਾਂ ਹੀ ਆਪ ਜੀ ਨੇ ਇੱਕ ਗੱਲ ਕੀਤੀ ਸੀਗੀ ਕਿ ਮੈਗਜ਼ੀਨਾਂ ਆਉਂਦੀਆਂ, ਆਪ ਜੀ ਨੂੰ ਯਾਦ ਹੋਵੇਗਾ ਪਹਿਲਾਂ ਸੰਤ ਸਿਪਾਹੀ ਮੈਗਜ਼ੀਨ ਹੁੰਦੀ ਸੀ, ਖੰਡੇ ਧਾਰ ਮੈਗਜ਼ੀਨ ਹੁੰਦੀ ਸੀ, ਉਹ ਅੱਜ ਕੱਲ ਨਹੀਂ ਆਉਂਦੀਆਂ। ਸੋ ਮੈਂ ਸਮਝਦਾ ਕਿ ਉਹ ਬਹੁਤ ਜ਼ਰੂਰੀ ਸਰੋਤ ਸਾਬਤ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ। ਅੱਜ ਤੋਂ 50 ਸਾਲ ਬਾਅਦ ਜਿਹੜੇ ਉਹ ਸਰੋਤ ਨੇ, ਉਹ ਜੇ ਕਿਸੇ ਨੇ ਉਹ ਪੜ੍ਹੇ ਹੋਣ, ਜੇ ਕਿਸੇ ਨੇ ਉਹ ਮੈਗਜ਼ੀਨਾਂ ਪੜ੍ਹੀਆਂ ਹੋਈਆਂ, ਸਾਡੇ ਘਰ ਆਉਂਦੀ ਸੀਗੀ, ਸੋ ਉਹ ਮੈਂ ਸਮਝਦਾ ਕਿ ਜਿਹੜੀ ਉਹ ਸੋਚ ਸੀਗੀ ਆ, ਉਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਮਹੱਤਵਪੂਰਨ ਸਾਬਤ ਹੋ ਸਕਦੀ ਹੈ। ਸੋ ਉਹ ਵੀ ਆਪਾਂ ਨੂੰ ਇੱਕ ਇੱਕ ਕਾਪੀ ਕਿਤੇ ਜਾਂ ਦੋ ਦੋ ਚਾਰ ਚਾਰ ਕਾਪੀਆਂ ਜਿਹੜੀਆਂ ਉਹ ਸਾਂਭ ਕੇ ਜ਼ਰੂਰ ਰੱਖਣੀਆਂ ਚਾਹੀਦੀਆਂ ਸਨ। ਤੇ ਤੁਸੀਂ ਇਹ ਸਾਰਾ ਫਿਰ ਜਿੰਨੇ ਵੀ ਤੁਹਾਡੇ ਕੋਲੇ ਟਾਈਮ ਟੂ ਟਾਈਮ ਸਰੂਪ ਆਈ ਗਏ ਜਾਂ ਕੋਈ ਮੈਗਜ਼ੀਨ ਜਾਂ ਕੁਝ ਵੀ ਪੁਰਾਤਨ ਤੁਹਾਡੇ ਕੋਲੇ ਸਰੋਤ ਇਕੱਠਾ ਹੋਈ ਗਿਆ, ਤੇ ਤੁਸੀਂ ਉਹਨੂੰ ਡਿਜੀਟਲਾਈਜੇਸ਼ਨ ਕਰਕੇ ਉਹਨੂੰ ਤੁਸੀਂ ਆਪਣੀ ਵੈਬਸਾਈਟ ਤੇ ਪਾਓਗੇ ਜਾਂ ਕੋਈ ਹਾਂਜੀ ਕੋਈ ਮੈਂ ਹੋਊਗਾ ਇਹਦਾ ਕੋਈ? ਹਾਂਜੀ ਮੈਂ ਆਪ ਜੀ ਨੂੰ ਦੱਸਾਂ ਵੀ ਇਹ ਹਜੇ ਸਿਰਫ ਕੁਝ ਦਿਨ ਹੋਏ ਆ ਜਿਹੜਾ ਇਹਨੂੰ ਪ੍ਰੋਪਰ ਇਦਾਂ ਕਰਨ ਲੱਗਿਆ। ਮੈਂ ਫੇਸਬੁੱਕ ਤੇ ਪਹਿਲਾਂ ਕਿੱਦਾਂ ਪਾਇਆ ਸੀ ਕਿ ਆਪਣੇ ਪਰਸਨਲ ਨਾਮ ਦੇ ਹੇਠ ਕਿ ਜੇ ਆਪ ਜੀ ਕੋਲ ਕੋਈ ਇਦਾਂ ਦਾ ਪੁਰਾਤਨ ਪੁਸਤਕ ਜਾਂ ਪੋਥੀ ਜਾਂ ਕੋਈ ਇਦਾਂ ਕੋਈ ਬਿਰਧ ਗੁਟਕਾ ਸਾਹਿਬ ਜਾਂ ਹੈ ਤੇ ਤੁਸੀਂ ਉਹਨੂੰ ਅਗਨ ਭੇਟ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਪੁਰਾਤਨ ਹੈ, ਤਾਂ ਉਹਦੇ ਵਾਸਤੇ ਇਹ ਹੱਲ ਹੈਗਾ ਕਿ ਆਪ ਜੀ ਇਸ ਈਮੇਲ ਤੇ ਈਮੇਲ ਕਰ ਦਿਓ ਤੇ ਮੈਂ ਆਪ ਜੀ ਨਾਲ ਵਾਰਤਾਲਾਪ ਕਾਇਮ ਕਰੂੰਗਾ ਤੇ ਉਸ ਦੇ ਸਾਂਭ ਕੀਤੀ ਜਾਵੇਗੀ। ਫਿਰ ਮੈਨੂੰ ਜਦੋਂ ਲੱਗਿਆ ਕਿ ਇਹਨੂੰ ਪ੍ਰੋਪਰ ਇੱਕ ਰੂਪ ਦੇਣਾ ਚਾਹੀਦਾ ਹੈ, ਵੈਬਸਾਈਟ ਦਾ ਰੂਪ ਦੇਣਾ ਚਾਹੀਦਾ ਹੈ, ਸੋ ਇਹ ਕਾਰਜ ਜਿਹੜਾ ਉਹ ਸਿਰਫ ਅਜੇ ਕੁਝ ਦਿਨ ਹੀ ਹੋਏ ਨੇ। ਇਹ ਆਪਾਂ ਇਦਾਂ ਜਿਹੜਾ ਇੱਕ ਕਹਿ ਲਓ ਵੀ ਇਹ ਤਰਤੀਬਵਾਰ ਇੱਕ ਵਿੰਡਿਆ ਆਪਾਂ, ਹੈ ਨਾ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਲਾਨ ਹੈ ਉਹ ਇਹ ਹੈ ਕਿ ਬਹੁਤ ਕੋਈ ਔਖਾ ਕੰਮ ਨਹੀਂ ਹੈ ਕਿ ਫਰਜ਼ ਕਰੋ ਵੀ ਆਪਣੇ ਕੋਲ ਸ਼ੁਰੂ ਦੇ ਵਿੱਚ ਤਾਂ ਮੈਨੂੰ ਅਜੇ ਤੱਕ ਤਾਂ ਸਿਰਫ ਇਦਾਂ ਦੇ ਕੋਈ ਪੁਰਾਤਨ ਜਿਹੜੀਆਂ ਮੈਨੂੰ ਕਿਸੇ ਨੇ ਇੱਕ ਜਾਂ ਦੋ ਜਿਹੜੀਆਂ ਪੁਸਤਕਾਂ ਦੇ ਬਾਰੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸਾਡੇ ਕੋਲੋਂ ਲੈ ਲਓ, ਕਿਉਂਕਿ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਕੱਲ ਲਗਾ ਕੇ ਆਇਆ ਜੋਤ ਪ੍ਰਕਾਸ਼, ਇਹ 2-3 ਦਿਨ ਪਹਿਲਾਂ ਮਾਲਟਨ ਗੁਰੂ ਘਰ ਲਗਾ ਕੇ ਆਇਆ। ਸੋ ਏਦਾਂ ਹਜੇ ਇਸ ਆਪ ਜੀ ਪਹਿਲੇ ਹੀ ਹੋਣ, ਮੈਂ ਕਹਿੰਦਾ ਵੀ ਜਿਹਦੇ ਨਾਲ ਮੈਂ ਏਦਾਂ ਖੁੱਲ ਕੇ ਗੱਲ ਕੀਤੀ। ਇੱਕ ਛੋਟੀ ਜੀ ਮੈਂ ਵੀਡੀਓ ਬਣਾਈ ਸੀਗੀ, ਉਹਦੇ ਤੇ ਕੋਈ ਇੰਨੇ ਖਾਸ ਵਿਊ ਨਹੀਂ ਹੋਏ ਤੇ ਮੈਂ ਆਪਣੇ ਕਹਿ ਲਓ ਵੀ ਆਪਣੇ ਸਰਕਲ ਦੇ ਵਿੱਚ ਉਹ ਵੀਡੀਓ ਸ਼ੇਅਰ ਕੀਤੀ ਸੀ। ਆਪ ਜੀ ਨਾਲ ਵੀ ਮੈਂ ਉਦਾਂ ਹੀ ਸ਼ੇਅਰ ਕੀਤੀ ਸੀਗੀ। ਤੇ ਇਹਨੂੰ ਪਲਾਨ ਆਪ ਜੀ ਬਿਲਕੁਲ ਸਹੀ ਕਹਿ ਰਹੇ ਹੋ ਕਿ ਡਿਜੀਟਲਾਈਜੇਸ਼ਨ ਵੀ ਹੋਣੀ ਚਾਹੀਦੀ ਹੈ, ਉਹ ਵੀ ਗੁਰੂ ਸਾਹਿਬ ਕਿਰਪਾ ਕਰਨ ਤੇ ਉਦਾਂ ਹੀ ਮਕਸਦ ਹੈ ਇਸ ਚੀਜ਼ ਦਾ ਕਰਨ ਦਾ। ਤੇ ਪਰ ਉਹਨਾਂ ਦੇ ਜਿਹੜੇ ਮੂਲ ਸਰੋਤ, ਜੇ ਆਪਾਂ ਕਹਿ ਲਈਏ ਸ਼ਬਦ ਇੱਥੇ ਵਰਤ ਸਕਦੇ ਹਾਂ ਵੀ ਜੇ ਕੋਈ ਪੁਰਾਤਨ ਚੀਜ਼ ਹੈ ਤਾਂ, ਸੋ ਉਹ ਵੀ ਨਾਲ ਸਾਡੇ ਕੋਲ ਫਿਜ਼ੀਕਲ ਰੂਪ ਦੇ ਵਿੱਚ ਵੀ ਮੌਜੂਦ ਹੋਣੀ ਜ਼ਰੂਰੀ ਹੈ। ਇਹ ਨਹੀਂ ਹੈ ਕਿ ਆਪਾਂ ਡਿਜੀਟਲ ਉਤਾਰਾ ਕਰ ਲਿਆ ਤੇ ਫਿਰ ਆਪਾਂ ਉਹਨੂੰ ਅਗਨ ਭੇਟ ਕਰ ਦਈਏ, ਏਦਾਂ ਨਹੀਂ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ। ਸੋ ਅਸੀਂ ਉਹਨਾਂ ਨੂੰ ਵੀ ਸਾਂਭ ਕੇ ਰੱਖਾਂਗੇ ਤੇ ਪਲੱਸ ਡਿਜੀਟਲਾਈਜੇਸ਼ਨ ਵੀ ਨਾਲ ਕਰਾਂਗੇ। ਜੀ ਬਿਲਕੁਲ। ਬਹੁਤ ਸਾਰੀ ਸੰਗਤ ਜਾਂ ਕੋਈ ਵੀ ਬਾਹਰੋਂ ਜਾਂ ਕੈਨੇਡਾ ਤੋਂ, ਟੋਰਾਂਟੋ ਤੋਂ, ਕਿਤੋਂ ਵੀ ਕਿਸੇ ਵੀ ਕੰਟਰੀ ਤੋਂ ਇਹ ਵੀਡੀਓ ਕੋਈ ਸੁਣਦਾ ਤੇ ਅਸੀਂ ਆਪਾਂ ਵੀਡੀਓ ਦੇ ਉੱਤੇ ਨੰਬਰ ਦੇ ਦਾਂਗੇ, ਟਾਈਟਲ ਦੇ ਉੱਤੇ ਸਰਦਾਰ ਪ੍ਰਭਸਿਮਰ ਸਿੰਘ ਦਾ, ਤੇ ਜਾਂ ਤੁਸੀਂ ਕਮੈਂਟ ਦੇ ਵਿੱਚ ਵੀ ਕੰਟੈਕਟ ਕਰ ਸਕਦੇ ਹੋ। ਕੋਈ ਦਿਲਚਸਪੀ ਰੱਖਦਾ ਹੋਵੇ ਇਸ ਤਰ੍ਹਾਂ ਦੀ ਸੇਵਾ ਕਰਨ ਤੇ ਭਾਈ ਸਾਹਿਬ ਨਾਲ ਕੰਟੈਕਟ ਕਰ ਸਕਦੇ ਹੋ, ਤੁਸੀਂ ਸਾਡੇ ਨਾਲ ਵੀ ਕੰਟੈਕਟ ਕਰ ਸਕਦੇ ਹੋ, ਤਾਂ ਕਿ ਆਪਾਂ ਸਾਰੇ ਰਲ ਮਿਲ ਕੇ ਇਹ ਬਹੁਤ ਜਿਹੜਾ ਮਹਾਨ ਸੇਵਾ ਜਿਹੜੀ ਗੁਰਬਾਣੀ ਦੀ ਸਾਂਭ ਸੰਭਾਲ, ਜਿਹੜੇ ਪੁਰਾਤਨ ਸਰੋਤ ਨੇ ਸਾਡੇ, ਉਹਨਾਂ ਦੀ ਸਾਂਭ ਸੰਭਾਲ ਆਪਾਂ ਪ੍ਰੋਪਰ ਉਹਨਾਂ ਦੀ ਕਰ ਸਕੀਏ। ਸਿਮਰ ਸਿੰਘ ਜੀ, ਪ੍ਰਮਾਤਮਾ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਵੀ ਤੁਹਾਡੀ ਇਸ ਸੇਵਾ ਨੂੰ ਜ਼ਰੂਰ ਉਹ ਸਫਲਾ ਬਣਾਉਣ, ਵੱਧ ਚੜ ਕੇ ਤੋਂ ਸੇਵਾ ਲੈਣ ਤੇ ਤੁਹਾਡੇ ਨਾਲ ਇੱਕ ਬਹੁਤ ਵੱਡੀ ਟੀਮ ਆ ਜਿਹੜੀ ਉਹ ਅੱਗੇ ਭਵਿੱਖ ਦੇ ਵਿੱਚ ਖੜੀ ਹੋਵੇ ਤੇ ਤੁਸੀਂ ਇਸ ਪੁਰਾਣੇ ਸਰੋਤਾਂ ਨੂੰ ਸਾਂਭ ਕੇ ਤੇ ਲੋਕਾਂ ਦੇ ਅੱਗੇ ਤੁਸੀਂ ਜ਼ਰੂਰ ਲੈ ਕੇ ਆਓ, ਸੰਗਤਾਂ ਦੇ ਅੱਗੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।